सुजानपुर हल्का के कांग्रेसी वरिष्ठ नेता साहब सिंह साबा पिछले लंबे समय से राजनीति में सक्रिय भी हैं, समाज सेवा में भी अपना विशेष स्थान रखते हैं और लोगों में वो लोकप्रिय भी हैं, जिनसे फास्टवे की बातचीत हुई और जिन्होंने अपनी कांग्रेस पार्टी के प्रति समर्पित भाव रखते हुए इस भेंट वार्ता में कहा कि वो पार्टी के लिए हर समय प्रयासरत हैं। उन्होंने कभी भी पार्टी से परे होने की बात नहीं सोची है। पार्टी की तरक्की के लिए, पार्टी को वो मजबूत करने के लिए और पार्टी की नीतियों को घर घर पहुंचाने के लिए वो हमेशा ही कार्य करते रहे हैं और आगे भी करते रहेंगे। तो चलिए सुनते हैं फास्टवे की एक मुलाकात कांग्रेस के वरिष्ठ नेता साहब सिंह साबा से, जिनसे बातचीत कर रहे हैं फास्टवे के डायरेक्टर जतिंदर शर्मा। नमस्कार दर्शकों, ਅੱਜ ਅਸੀਂ ਤੁਹਾਡੇ ਨਾਲ रूबरू ਕਰਾਵਾਂਗੇ ਸੁਜਾਨਪੁਰ ਤੋਂ एक बहुत ही कर्मठ, ईमानदार, मेहनती कांग्रेस के वड्डे नेता श्री साहब सिंह साबा जी नाल और उन्हां नाल एक छोटी जी गलबात करांगे, जिहड़ा असीं तुहानूं सारिआं नूं दस्सांगे कि साबा जी दा पोलीटिकल कैरीयर कित्थों शुरू होया और किद्दां उन्होंने अपने इस पोलीटिकल कैरीयर दे विच मेहनत करके अज इत्थे पहुँचे ने, उहदे बारे गल करांगे साहब सिंह साबा जी नाल। साबा जी, तुहाडा स्वागत है साडे फास्टवे चैनल दे विच। नमस्कार जी, धन्नवाद जी। साबा जी, सब तो पहले असीं गल करांगे सुजानपुर तो, तुसीं अपनी राजनीति कदों शुरू कीती? मैं अपनी राजनीति शुरू की जी 2002 ਦੇ ਵਿੱਚ ਜਦੋਂ ਆਪਣੇ ਪੁਰੀ ਸਾਹਿਬ ਦਾ ਇਲੈਕਸ਼ਨ ਹੋਇਆ ਸੁਜਾਨਪੁਰ ਦੇ ਅੰਦਰ। ਉੱਥੋਂ ਛੋਟੇ ਵਰਕਰ ਤੋਂ ਆਪਾਂ ਰਾਜਨੀਤੀ ਸਫ਼ਰ ਜਿਹੜਾ ਸ਼ੁਰੂ ਕੀਤਾ ਗਰਾਊਂਡ ਲੈਵਲ ਤੋਂ, ਔਰ ਹਲਕੇ ਦੇ ਵਿੱਚ ਪੂਰਾ ਜ਼ੋਰਦਾਰ ਕੰਮ ਕੀਤਾ ਔਰ ਪੁਰੀ ਸਾਹਿਬ ਜਿੱਤੇ, ਐਮਐਲਏ ਬਣੇ। ਉਸ ਤੋਂ ਬਾਅਦ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਉਹ ਘਰ ਘਰ ਜਾ ਕੇ ਪੂਰੇ ਕੀਤੇ ਔਰ ਉਸ ਤੋਂ ਬਾਅਦ ਆਪਾਂ ਰਾਜਨੀਤੀ ਸਫ਼ਰ ਜਿਹੜਾ ਉੱਥੋਂ ਆਪਣਾ ਸ਼ੁਰੂ ਕੀਤਾ। ਸਾਬਾ ਜੀ, ਪਿੱਛੇ ਇਲੈਕਸ਼ਨ ਹੋਏ ਜਦੋਂ ਪ੍ਰਤਾਪ ਸਿੰਘ ਬਾਜਵਾ ਜੀ ਦੇ, ਉਦੋਂ ਵੀ ਤੁਸੀਂ ਬੜੀ ਮਿਹਨਤ ਕੀਤੀ ਔਰ ਬੜੇ ਅੱਛੇ ਆਪਣੇ ਇਲਾਕੇ 'ਚੋਂ ਬਾਜਵਾ ਸਾਹਿਬ ਨੂੰ ਜਿਤਾ ਕੇ ਤੁਸੀਂ ਭੇਜਿਆ। ਉਸ ਤੋਂ ਬਾਅਦ ਜਾਖੜ ਸਾਹਿਬ ਦਾ ਇਲੈਕਸ਼ਨ ਹੋਇਆ, ਜਿਹਦੇ ਵਿੱਚ ਕਾਂਗਰਸ ਦੇ ਐਮਐਲਏ ਤੱਕ ਆਪਣੇ ਹਲਕੇ 'ਚੋਂ ਹਾਰੇ ਨੇ ਬੁਰੀ ਤਰੀਕੇ ਨਾਲ, ਲੇਕਿਨ ਤੁਸੀਂ ਆਪਣੇ ਬੂਥ ਸਾਰੇ ਜਿੱਤੇ ਨੇ। ਇਹਦੇ ਪਿੱਛੇ ਕੀ ਕਾਰਨ ਹੈ? ਮੈਂ ਜੀ ਜਦੋਂ 2009 ਦੇ ਅੰਦਰ ਬਾਜਵਾ ਸਾਹਿਬ ਦੇ ਇਲੈਕਸ਼ਨ ਹੋਏ, ਵਿਨੋਦ ਖੰਨਾ ਜੀ ਇੱਥੇ ਐਮਪੀ ਦਾ ਇਲੈਕਸ਼ਨ ਲੜੇ ਆ, ਉਹਨਾਂ ਨੂੰ ਹਰਾਇਆ, ਸਟਾਰ ਹੀ ਉਹ ਵੀ। ਉਸ ਤੋਂ ਬਾਅਦ ਕਾਂਗਰਸ ਦੇ ਇਲੈਕਸ਼ਨ ਆਇਆ 2012 ਦੇ ਵਿੱਚ। 2012 ਦੇ ਵਿੱਚ ਅਕਾਲੀ ਦਲ ਦੇ ਬੀਜੇਪੀ ਦਾ ਇਲੈਕਸ਼ਨ ਹੋਇਆ। ਉਸ ਤੋਂ ਬਾਅਦ ਐਮਪੀ ਇਲੈਕਸ਼ਨ ਜਿਹੜੇ ਸਾਡੇ 2018 ਦੇ ਵਿੱਚ ਹੋਇਆ, ਜਾਖੜ ਸਾਹਿਬ ਆਏ ਨੇ ਇੱਥੋਂ, ਜਾਖੜ ਸਾਹਿਬ ਨੂੰ ਜਿਤਾਇਆ। 2 ਵਾਰ ਉਹ ਇਲੈਕਸ਼ਨ ਲੜਿਆ, ਦੋਨੋਂ ਵਾਰ ਆਪਾਂ ਆਪਣੇ ਬੂਥ ਜਿਤਾਏ ਔਰ ਪਾਰਟੀ ਨੇ ਜਿੱਥੇ ਵੀ ਡਿਊਟੀ ਲਾਈ ਉਹ ਆਪਣੀ ਇਮਾਨਦਾਰੀ ਨਾਲ ਨਿਭਾਈ ਔਰ ਇਮਾਨਦਾਰੀ ਨਾਲ ਕੰਮ ਕੀਤਾ, क्योंकि ज़मीर बेचकर अमीर बन जाना इससे बेहतर है फ़कीर बन जाना। साबा जी, लोग ये भी गल करते हैं भी तुहाडे ते पिछले काफ़ी समय तो परचे बड़े हुए ने, तुहाडे ते FIR हुई हैं और तुसी कई केसां दे विच शामिल हो। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਗਾਵਤ ਜਦੋਂ ਹੁੰਦੀ ਹੈ, ਜਦੋਂ ਜ਼ੁਲਮ ਦੇ ਖਿਲਾਫ ਤੁਸੀਂ ਖੜੇ ਹੋਣਾ ਹੈ, ਜਦੋਂ ਆਪਣੇ ਵਰਕਰ ਦਾ ਤੁਸੀਂ ਸਾਥ ਦੇਣਾ ਹੈ, ਜਦੋਂ ਪਹਾੜਾਂ ਨਾਲ ਤੁਸੀਂ ਟਕਰਾਣਾ ਹੈ, ਫਿਰ ਤੁਹਾਡੇ ਤੇ ਐਕਸ਼ਨ ਸਰਕਾਰਾਂ ਦਾ ਹੋਣਾ ਹੀ ਹੋਣਾ ਹੈ। ਮੇਰੇ ਤੇ ਜਿੰਨੇ ਵੀ ਪਰਚੇ ਹੋਏ, ਮੈਂ ਸਾਰੀ ਇਹ ਕਾਪੀ ਨਾਲ ਲੈ ਕੇ ਆਇਆ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਸਾਰੇ ਜਿੰਨੇ ਮੇਰੇ ਤੇ ਪਰਚੇ ਹੋਏ ਬੀਜੇਪੀ ਟਾਈਮ ਦੇ ਵਿੱਚ ਹੋਏ। ਪਹਿਲਾ ਪਰਚਾ ਮੇਰੇ ਤੇ ਸਨ 97 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ, ਆਪਣੇ ਇੱਥੋਂ ਬੀਜੇਪੀ ਦੇ ਸਤਪਾਲ ਸੈਣੀ ਜੀ ਜਿਹੜੇ ਉਹ MLA ਬਣੇ। 98 ਦੇ ਵਿੱਚ ਮੇਰੇ ਤੇ ਪਰਚਾ ਹੋਇਆ, ਕਿਉਂਕਿ ਬੂਥ 'ਤੇ ਕੰਮ ਕਰਦੇ ਸੀ, ਬੂਥ 'ਤੇ ਕੰਮ ਕਰਨ ਵਾਲੇ ਅਸੀਂ ਵਰਕਰ ਰਹੇ ਹਾਂ ਸ਼ੁਰੂ ਤੋਂ। ਅਤੇ ਉਸ ਤੋਂ ਬਾਅਦ ਸਾਡੇ ਇੱਥੇ MLA BJP ਦੇ ਬਣੇ ਆ 2012 ਦੇ ਵਿੱਚ। ਉਹਨਾਂ ਨੇ ਜਿਹੜੇ ਸਾਡੇ 'ਤੇ ਪਰਚੇ ਹੋਏ 13 'ਚ ਹੋਏ, 14 'ਚ ਹੋਏ ਜਾਂ 16 'ਚ ਹੋਏ, 15 'ਚ ਹੋਏ, ਉਹਦੇ ਵਿੱਚ ਜਿੰਨੀਆਂ ਐਫਆਈਆਰਾਂ ਮੇਰੇ ਕੋਲ ਜਿੰਨੀਆਂ ਕਾਪੀਆਂ ਪਈਆਂ ਨੇ, ਇਹ ਸਾਰੀਆਂ ਉਸ ਦੌਰਾਨ ਹੈ ਜਦੋਂ BJP ਸਰਕਾਰ ਸੁਜਾਨਪੁਰ ਦੇ ਅੰਦਰ ਮੌਜੂਦਾ ਇੱਥੇ ਕਾਬਜ਼ ਸੀ।
ਕਿਉਂਕਿ ਅਸੀਂ ਆਪਣੇ ਵਰਕਰਾਂ ਦੇ ਨਾਲ ਡਟ ਕੇ ਖੜੇ ਰਹੇ। ਉਹ ਸਾਡੇ ਪੰਚ ਸਰਪੰਚ, ਅਗਰ ਕਿਸੇ ਤੇ ਸਰਕਾਰ ਨੇ ਤਸ਼ੱਦਦ ਕੀਤੀ, ਅਸੀਂ ਰੋਡ ਵੀ ਜਾਮ ਕੀਤੇ, ਅਸੀਂ ਹਾਈਵੇ ਵੀ ਬੰਦ ਕੀਤੇ, ਅਸੀਂ CM ਦੀ ਕੋਠੀ ਵੀ ਬਾਦਲਾਂ ਦੀਆਂ ਘੇਰੀਆਂ, ਆਪਣੇ ਵਰਕਰਾਂ ਵਾਸਤੇ ਲੜੇ ਔਰ ਆਪਣੇ ਵਰਕਰਾਂ ਵਾਸਤੇ ਖੜੇ, ਜਿਹਦਾ ਰਿਜ਼ਲਟ ਇਹ ਮਿਲਿਆ ਕਿ ਠੀਕ ਹੈ ਉਹਨਾਂ ਦੀ ਚਲਦੀ ਹੀ ਉਹਨਾਂ ਨੇ ਨਜਾਇਜ਼ ਪਰਚੇ ਕਰਾਏ। ਅਗਰ ਉਹ ਪਰਚੇ ਮੇਰੇ ਤੇ ਸਹੀ ਹੈ, ਅਗਰ ਮੈਂ ਕ੍ਰਾਈਮ ਕਰਦਾ ਹੀ ਮੇਰੇ ਤੇ ਪਰਚੇ ਹੋਏ, ਤੇ ਫਿਰ ਉਹਨਾਂ ਪਰਚਿਆਂ ਦੇ ਵਿੱਚ ਮੈਨੂੰ ਕੋਰਟ ਨੇ ਬਰੀ ਕਿੱਦਾਂ ਕਰਤਾ। ਸੋ ਕਹਿਣ ਦਾ ਮਤਲਬ ਕਿ ਤੁਸੀਂ ਸਾਰੇ ਕੇਸਾਂ 'ਚੋਂ ਬਰੀ ਹੋ ਗਏ, ਔਰ ਇਹ ਜਿਹੜੇ ਵੀ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਜਾਂ ਜੋ ਵੀ ਤੁਹਾਡੇ ਤੇ FIR ਹੋਈਆਂ ਉਹ ਪੋਲੀਟੀਕਲ ਮੋਟੀਵੇਟਡ ਸੀਗੀਆਂ। ਠੀਕ। ਦੂਜੀ ਗੱਲ ਦੱਸੋ, ਇਹ ਸੁਜਾਨਪੁਰ ਜਿਹੜਾ ਇਹ ਪੂਰਾ ਕਾਂਗਰਸ ਹਲਕਾ ਮੰਨਿਆ ਜਾਂਦਾ ਸੀ, ਔਰ ਕਾਂਗਰਸ ਦਾ ਹੀ ਇੱਥੇ ਬੋਲਬਾਲਾ ਹੁੰਦਾ ਸੀ, BJP ਕਦੇ ਆਈ ਨਹੀਂ ਸੀ। ਲੇਕਿਨ ਉਸ ਤੋਂ ਬਾਅਦ 3 ਟਰਮ ਤੋਂ ਜਦੋਂ ਤੋਂ ਸ਼੍ਰੀ ਦਿਨੇਸ਼ ਬੱਬੂ ਜੀ ਬਣੇ ਨੇ MLA, ਉਹ 3 ਟਰਮ ਲਗਾਤਾਰ ਬਣ ਗਏ ਨੇ। ਇੰਨੀ ਸਟਰੋਂਗ ਕਾਂਗਰਸ ਹੋਣ ਤੋਂ ਬਾਵਜੂਦ ਵੀ ਇਹਦਾ ਕੀ ਕਾਰਨ ਹੈ ਕਿ ਉੱਥੇ ਬਾਰ-ਬਾਰ BJP ਹੀ ਜਿੱਤੀ ਆ ਰਹੀ ਹੈ? ਤੁਹਾਡਾ ਕੁਐਸਚਨ ਵਾਜਬ ਹੈ। ਅੱਜ ਵੀ ਕਾਂਗਰਸ ਸਟਰੋਂਗ ਹੈ ਸੁਜਾਨਪੁਰ ਦੇ ਅੰਦਰ। ਪਿਛਲੇ ਇਲੈਕਸ਼ਨ 'ਚ ਵੀ ਸਟਰੋਂਗ ਹੀ, ਉਸ ਤੋਂ ਪਿਛਲੇ ਇਲੈਕਸ਼ਨ ਵੀ ਕਾਂਗਰਸ ਸਟਰੋਂਗ ਹੀ। ਠੀਕ ਹੈ, ਆਪਣੀ ਮਿਸਟੇਕ ਕਰਕੇ ਜਾਂ ਟਿਕਟ ਜਿਹੜੀ ਉਹਦੀ ਸਹੀ ਜਿਹੜੀ ਵਰਤੋਂ ਨਹੀਂ ਹੋਈ, ਜਾਂ ਅਸੀਂ ਆਪਣੀ ਧੜਾਬੰਦੀ ਕਹਿ ਸਕਦੇ ਹਾਂ, ਉਹਦੇ ਵਿੱਚ ਠੀਕ ਹੈ ਸਾਡੇ ਕੋਲੋਂ ਮਿਸਟੇਕ ਹੋਈ ਹੈ, ਸਾਡੇ ਲੀਡਰਾਂ ਕੋਲੋਂ ਮਿਸਟੇਕ ਹੋਈ ਹੈ। ਔਰ ਅਸੀਂ ਇਹ ਵਾਅਦਾ ਕਰਨੇ ਆ ਕਿ ਅੱਗੇ 2022 ਦੇ ਵਿੱਚ ਸਾਰੇ ਵਰਕਰ ਵੀ ਇਕੱਠੇ ਆ ਔਰ ਸਾਰੇ ਲੀਡਰ ਵੀ ਇਕੱਠੇ ਹੋ ਕੇ 2022 ਦੇ ਵਿੱਚ BJP ਨੂੰ ਜ਼ਰੂਰ ਇੱਥੋਂ ਚੱਲਦਾ ਕਰਾਂਗੇ। ਸਰ, ਜਿੱਦਾਂ ਕਿ ਤੁਸੀਂ ਕਿਹਾ ਕਿ 2022 ਦੇ ਵਿੱਚ ਤੁਸੀਂ ਸਾਰੀ ਕਾਂਗਰਸ ਇਕੱਠੀ ਹੋ ਕੇ ਔਰ BJP ਨੂੰ ਹਰਾਓਗੇ ਔਰ ਕਾਂਗਰਸ ਦਾ ਹੀ MLA ਬਣਾਓਗੇ। ਤੁਸੀਂ ਗੱਲ ਦੱਸੋ, ਤੁਸੀਂ ਇੰਨੀ ਦੇਰ ਤੋਂ ਰਾਜਨੀਤੀ, ਸੁਜਾਨਪੁਰ ਦੀ ਰਾਜਨੀਤੀ 'ਚ ਹੈਗੇ ਹੋ, ਤੁਸੀਂ ਬਾਜਵਾ ਸਾਹਿਬ ਦਾ ਇਲੈਕਸ਼ਨ ਲੜਿਆ, ਉਹਨਾਂ ਨੂੰ ਜਿਤਾਇਆ, ਤੁਸੀਂ ਕਈ ਸਰਪੰਚਾਂ ਦੇ ਇਲੈਕਸ਼ਨ ਲੜੇ, ਉਹ ਤੁਸੀਂ ਜਿੱਤੇ, ਤੁਹਾਡੀ ਧਰਮ ਪਤਨੀ ਵੀ ਸਰਪੰਚ ਹੈ, ਤੁਸੀਂ ਜਾਖੜ ਸਾਹਿਬ ਦਾ ਇਲੈਕਸ਼ਨ ਆਇਆ, ਉਹਦੇ 'ਚ ਵੀ ਤੁਸੀਂ ਆਪਣੇ ਬੂਥ ਸਾਰੇ ਜਿਤਾਏ, ਜਦ ਕਿ MLA ਆਪਣੇ ਏਰੀਆ ਹਾਰ ਗਏ। ਠੀਕ ਹੈ, ਇਸ ਤੋਂ ਬਾਵਜੂਦ ਵੀ ਤੁਹਾਡੀ ਇੰਨੀ ਲੋਇਲਟੀ ਹੋਣ ਤੋਂ ਬਾਅਦ ਵੀ ਕਾਂਗਰਸ ਦੇ ਪ੍ਰਤੀ ਤੁਹਾਨੂੰ ਟਿਕਟ ਕਿਉਂ ਨਹੀਂ ਦਿੱਤੀ ਅੱਜ ਤੱਕ? ਚਲੋ, ਇਹ ਤੇ ਆਪਾਂ ਕਹਿ ਸਕਦੇ ਹਾਂ ਕਿ ਮਿਹਨਤ ਕਰਨਾ ਜਿਹੜਾ ਉਹ ਆਪਣਾ ਫਰਜ਼ ਹੈ, ਬਾਕੀ ਫਲ ਜਿਹੜਾ ਦੇਣਾ ਉਹ ਤੇ ਭਗਵਾਨ ਦੇ ਹੱਥ ਹੈ। ਮੈਂ ਸਟਰਗਲ ਕਰ ਰਿਹਾ, ਉਸ ਟਰੈਕ ਤੇ ਚੱਲ ਰਿਹਾ। ਕਾਂਗਰਸ ਦੀ ਜੋ ਵੀ ਪਾਲਿਸੀ ਆਉਂਦੀ ਹੈ, ਜੋ ਵੀ ਕਾਂਗਰਸ ਦਾ ਹੁਕਮ ਆਉਂਦਾ, ਉਹਨੂੰ ਘਰ ਘਰ ਪਹੁੰਚਾਈਦਾ। ਪਿਛਲੇ 17-18 ਸਾਲ ਤੋਂ ਮੈਂ ਲੱਗਿਆ ਔਰ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ। ਬਾਕੀ ਟਿਕਟ ਦੀ ਗੱਲ ਹੈ, ਟਿਕਟ ਜਿਨ੍ਹਾਂ ਨੂੰ ਪਹਿਲਾਂ ਮਿਲੀ ਹੈ ਉਹਨਾਂ ਦਾ ਸਾਥ ਦਿੱਤਾ ਹੈ। ਅੱਗੇ ਵੀ ਜਿਨ੍ਹਾਂ ਨੂੰ ਸਰਕਾਰ ਜੇ ਸਾਨੂੰ ਪਾਰਟੀ ਦੇਗੀ ਮੌਕਾ ਤੇ ਅਸੀਂ ਵੀ ਕਰਾਂਗੇ, ਨਹੀਂ ਤੇ ਜਿਹਨੂੰ ਪਾਰਟੀ ਮੌਕਾ ਦੇਗੀ ਉਹਦੇ ਨਾਲ ਖੜ ਕੇ ਕੰਧੇ ਨਾਲ ਕੰਧਾ ਲਾ ਕੇ ਉਹਦਾ ਸਾਥ ਦੇਵਾਂਗੇ। ਤੁਸੀਂ ਗੱਲ ਦੱਸੋ, ਤੁਹਾਡੇ ਏਰੀਏ ਦੇ ਵਿੱਚ ਮੁਕਤੇਸ਼ਵਰ ਧਾਮ ਪੈਂਦਾ, ਇੱਕ ਬਹੁਤ ਹੀ ਧਾਰਮਿਕ ਸਥਲ ਹੈ, ਉਹਦੇ ਵਾਸਤੇ ਤੁਸੀਂ ਕੀ ਪ੍ਰਯਾਸ ਕੀਤੇ ਨੇ? ਮੁਕਤੇਸ਼ਵਰ ਧਾਮ ਵਾਸਤੇ ਅਸੀਂ ਰੋਡ ਸ਼ੋਅ ਵੀ ਕੱਢੇ, ਧਰਨੇ ਵੀ ਦਿੱਤੇ, ਜਦ ਕਿ ਪਿਛਲੀ ਸਰਕਾਰ ਵੇਲੇ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ, ਅਸੀਂ ਹਾਈਵੇ ਰੋਡ ਜਾਮ ਕੀਤਾ ਔਰ ਜਿਹਦੇ ਵਿੱਚ ਪਰਚੇ ਵੀ ਹੋਏ, ਸਾਡੇ 25 ਸਾਥੀਆਂ ਦੇ ਪਰਚੇ ਹੋਏ, ਉਹਦੇ ਵਿੱਚ ਮੇਰਾ ਵੀ ਇੱਕ ਨਾਂ ਜਿਹੜਾ ਉਹ ਸੀਗਾ। ਔਰ ਉਹਦੇ ਬਾਅਦ 2018 ਦੇ ਵਿੱਚ ਜਦੋਂ ਜਾਖੜ ਸਾਹਿਬ MP ਬਣੇ ਨੇ, ਉਹਨਾਂ ਨੇ 10 ਕਰੋੜ ਰੁਪਏ ਜਿਹੜਾ ਫੰਡ ਇਹਦੇ ਵਾਸਤੇ ਅਪਲਾਈ ਕਰਾਇਆ, ਜਿਹਦਾ ਬਹੁਤ ਜਲਦ ਹੁਣ ਕੰਮ ਲੱਗਣ ਜਾ ਰਿਹਾ ਔਰ ਅਸੀਂ ਇਹਦਾ ਸਰਕਾਰ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਸਾਬਾ ਜੀ, ਪਿਛਲੇ ਦਿਨੋਂ ਇੱਕ ਗੱਲ ਪਤਾ ਲੱਗੀ ਸੀ ਕਿ ਕਿਸੇ ਸੀਨੀਅਰ ਲੀਡਰ ਨੇ ਕਿਹਾ ਕਿ ਜੇ ਸਾਬਾ ਜੀ ਨੂੰ ਅਸੀਂ ਟਿਕਟ ਨਹੀਂ ਲੈਣ ਦਿਆਂਗੇ, ਜੋ ਮਰਜ਼ੀ ਹੋਵੇ, ਉਹ ਥ੍ਰੈਟ ਕੀਤਾ ਤੁਹਾਨੂੰ ਔਰ ਚੈਲੰਜ ਕੀਤਾ ਵੀ ਟਿਕਟ ਨਹੀਂ ਤੁਹਾਨੂੰ ਲੈਣ ਦਿਆਂਗੇ, ਜੋ ਮਰਜ਼ੀ ਹੋ ਜੇ। ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਹਵਾ ਮਰਦੀ, ਰੁੱਖ ਮਰਦੇ, ਇਹ ਜੱਗ ਜਹਾਨ ਸਭ ਮਰਦਾ, ਕਸਮਾਂ ਖਾਣ ਨਾਲ ਅਗਰ ਕੋਈ ਮਰਦਾ ਤਾਂ ਸਭ ਤੋਂ ਪਹਿਲਾਂ ਰੱਬ ਮਰਦਾ। ਵਾਹ, ਗੁੱਡ। ਇਹਦਾ ਮਤਲਬ ਤੁਹਾਨੂੰ ਉਹਨਾਂ ਦੀ ਕਿਸੇ ਦੀ ਕੋਈ ਚੈਲੰਜ ਦਾ ਕੋਈ ਨਹੀਂ ਹੈ, ਤੁਸੀਂ ਉਹਨੂੰ ਐਕਸੈਪਟ ਕਰਦੇ ਹੋ ਔਰ ਤੁਸੀਂ ਟਿਕਟ ਲਿਆਓਗੇ ਔਰ ਇਲੈਕਸ਼ਨ ਲੜੋਗੇ। ਤੁਹਾਡੇ ਕੌਨਫੀਡੈਂਸ ਤੋਂ ਇੱਦਾਂ ਲੱਗਦਾ ਹੈ ਜੋ ਪਾਰਟੀ ਹਾਈ ਕਮਾਨ ਹੁਕਮ ਕਰੇਗੀ ਉਹਦੇ ਤਹਿਤ ਸਾਹਿਬ ਸਿੰਘ ਸਾਬਾ ਚਲੇਗਾ। ਖਾਨਪੁਰ ਤੋਂ ਪੰਗੋਲੀ ਚੌਂਕ ਤੱਕ ਪਿਛਲੇ 10 ਸਾਲ ਤੋਂ ਸੜਕ ਨਹੀਂ ਬਣੀ, ਬੁਰਾ ਹਾਲ, ਲੋਕੀ ਬਹੁਤ ਹੀ ਤੰਗ ਸੀਗੇ।
ਇਹ ਯਕਦਮ ਹੀ ਸੜਕ ਦਾ ਕੰਮ ਸ਼ੁਰੂ ਹੋ ਗਿਆ, ਉਹ ਕਿਉਂ? ਸੜਕ ਕੰਪਲੀਟ ਹੋ ਚੁੱਕੀ ਹੈ ਔਰ ਇਹ ਕੁਐਸਚਨ ਤੁਹਾਨੂੰ ਮੇਰੇ ਤੋਂ ਇਲਾਵਾ ਦਿਨੇਸ਼ ਸਿੰਘ ਬੱਬੂ ਨੂੰ ਕਰਨਾ ਚਾਹੀਦਾ, ਕਿਉਂਕਿ ਪਿਛਲੇ 14 ਸਾਲ ਤੋਂ 15 ਸਾਲ ਤੋਂ ਦਿਨੇਸ਼ ਸਿੰਘ ਬੱਬੂ ਉੱਥੇ ਕਾਬਜ ਹੈ ਔਰ ਉਹਦੇ ਬਿਲਕੁਲ ਘਰ ਦੇ ਫਰੰਟ ਦੇ ਅੱਗੋਂ ਜਿਹੜਾ ਉਹ ਰੋਡ ਨਿਕਲਦਾ ਹੈ। ਇਹ ਉਹਨੂੰ ਚਾਹੀਦਾ ਸੀ ਕਿ ਹੋਰ ਵੀ ਸਾਡੇ ਹਲਕੇ ਦੇ ਅੰਦਰ ਰੋਡ ਜਿਹੜੇ ਹੁਣ ਰੋਡ ਬਣਨਾ ਸ਼ੁਰੂ ਹੋਏ ਨਾ, ਅੱਜ ਤੋਂ ਪਿਛਲੇ 10 ਸਾਲ ਦੇ ਵਿੱਚ ਰੋਡਾਂ ਦਾ ਕੀ ਹਾਲ ਰਿਹਾ, ਇਹ ਤੁਸੀਂ ਦਿਨੇਸ਼ ਸਿੰਘ ਬੱਬੂ ਨੂੰ ਪੁੱਛ ਸਕਦੇ ਹੋ। ਉਹ ਮੌਜੂਦਾ ਐਮਐਲਏ ਹੈ, ਐਮਐਲਏ ਦੀ ਤਨਖਾਹ ਲੈਂਦੇ ਆ, ਐਮਐਲਏ ਦਾ ਫੰਡ ਉਹ ਲਿਆ ਸਕਦੇ ਆ, ਸੈਂਟਰ 'ਚ ਉਹਨਾਂ ਦੀ ਸਰਕਾਰ ਹੈ। ਅਗਰ ਆਪਣੇ ਹਲਕੇ ਨਾਲ ਪਿਆਰ ਹੈ ਤੇ ਉਹ ਫੰਡ ਲਿਆ ਕੇ ਆਪਣਾ ਕੰਮ ਕਿਉਂ ਨਹੀਂ ਉਹਨਾਂ ਨੇ ਕਰਾਇਆ? ਇਹ ਇੱਕ ਬਹਾਨਾ ਆ ਕਿ ਮੇਰੀ ਸਰਕਾਰ ਨਹੀਂ ਹੈ, ਸੈਂਟਰ 'ਚ ਤੁਹਾਡੀ ਹੈ, ਤੁਸੀਂ ਐਮਐਲਏ ਹੋ, ਤੁਸੀਂ ਫੰਡ ਲਿਆ ਕੇ ਆਪਣੇ ਹਲਕੇ ਦਾ ਕੰਮ ਕਰੋ। ਪਰ ਨਿੱਜੀ ਕੰਮ ਜਿਹੜਾ ਨਿੱਜੀ ਸਵਾਰਥ ਵਾਸਤੇ ਐਮਐਲਏਸ਼ਿਪ ਕੀਤੀ ਹੈ, ਹਲਕੇ ਵਾਸਤੇ ਕੋਈ ਐਮਐਲਏਸ਼ਿਪ ਉਹਨਾਂ ਨੇ ਨਹੀਂ ਕੀਤੀ। ਅਸੀਂ ਸਾਡੀ ਪਾਰਟੀ ਨੇ ਇਲੈਕਸ਼ਨ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮਾਈਨਿੰਗ ਦੀ ਪਾਲਿਸੀ ਬਣਾਵਾਂਗੇ। ਪਿਛਲੇ 10 ਸਾਲ ਦੇ ਅੰਦਰ ਅਕਾਲੀ ਬੀਜੇਪੀ ਸਰਕਾਰ ਨੇ 40 ਕਰੋੜ ਰੁਪਈਆ ਸਰਕਾਰ ਦੇ ਖਜ਼ਾਨੇ 'ਚ ਪਾਇਆ ਪਿਛਲੇ 10 ਸਾਲ ਦੇ ਅੰਦਰ, ਔਰ ਸਾਡੀ ਸਰਕਾਰ ਨੇ 300 ਕਰੋੜ ਦਾ ਜਿਹੜਾ ਟੈਂਡਰ ਕੀਤਾ ਪੰਜਾਬ ਦਾ ਮਾਈਨਿੰਗ ਦਾ। ਸਾਡੇ ਜ਼ਿਲ੍ਹੇ ਦਾ 61 ਕਰੋੜ 18 ਲੱਖ ਦਾ ਟੈਂਡਰ ਗਿਆ, ਜਿਹੜਾ ਸਾਰਾ ਪਰ ਏਅਰ ਸਾਲ ਦਾ 61 ਕਰੋੜ 18 ਲੱਖ ਦਾ ਟੈਂਡਰ ਜਿਹੜਾ ਸਾਡੇ ਜ਼ਿਲ੍ਹੇ ਦਾ ਜਿਹੜੀਆਂ ਖੱਡਾਂ ਬੋਲੀ ਕੀਤੀ ਹੈ, ਉਹਦਾ ਸਾਰਾ ਉਹ 61 ਕਰੋੜ 18 ਲੱਖ ਰੁਪਈਆ ਇੱਕ ਸਾਲ ਦਾ ਜਿਹੜਾ ਉਹ ਸਰਕਾਰ ਦੇ ਖਜ਼ਾਨੇ 'ਚ ਜਾ ਰਿਹਾ। ਔਰ ਤੁਸੀਂ ਚੈੱਕ ਕਰ ਸਕਦੇ ਹੋ, ਤੁਸੀਂ ਆਪਣਾ ਬਾਇਓਡਾਟਾ ਚੈੱਕ ਕਰ ਸਕਦੇ ਹੋ ਕਿ ਵਾਕਈ ਇਹ ਖਜ਼ਾਨੇ 'ਚ ਪੈਸੇ ਗਏ ਆ ਕਿ ਨਹੀਂ ਗਏ। ਅਗਰ 4 ਸਾਲ ਦੇ ਅੰਦਰ 300 ਕਰੋੜ ਰੁਪਈਆ ਜਿਹੜਾ ਉਹ ਮਾਈਨਿੰਗ ਦਾ ਜਿਹੜਾ ਸਾਡੀ ਸਰਕਾਰ ਨੇ ਖਜ਼ਾਨੇ ਦੇ ਵਿੱਚ ਪਾਇਆ, ਪਿਛਲੀ 10 ਸਾਲ 'ਚ ਸਰਕਾਰ ਦੇ ਵਿੱਚ ਸਿਰਫ ਓਨਲੀ 40 ਕਰੋੜ ਰੁਪਈਆ ਗਿਆ, ਬਾਕੀ ਪੈਸੇ ਕਿੱਥੇ ਗਏ? ਅਸੀਂ ਇਹੀ ਤੇ ਤੁਹਾਨੂੰ ਪੁੱਛ ਰਹੇ, ਉਹਦੇ ਵਾਸਤੇ ਤੁਸੀਂ ਕੀ ਕੀਤਾ? ਸਾਡੀ ਸਰਕਾਰ ਦੇ ਐਫਰਟਸ ਨੇ ਕਿ ਉਹਨਾਂ ਨਾਲੋਂ 3 ਗੁਣਾ ਵੱਧ ਪੈਸੇ ਅਸੀਂ ਆਪਣੀ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ। ਸਾਡੀ ਸਰਕਾਰ ਨੇ ਆ ਕੇ ਸਖਤੀ ਕੀਤੀ ਹੈ ਤੇ ਟੈਂਡਰ ਜਿਹੜੀ ਬੋਲੀਆਂ ਹੋਈਆਂ ਨਾ ਸਾਡੀ ਸਰਕਾਰ ਨੇ ਕੀਤੀਆਂ ਔਰ ਪ੍ਰੋਪਰ ਤਰੀਕੇ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਾ ਰਹੇ ਨੇ। ਸਰ ਇੱਕ ਗੱਲ ਦੱਸੋ, ਸੁਜਾਨਪੁਰ ਦੇ ਵਿੱਚ ਮੇਰੇ ਹਿਸਾਬ ਨਾਲ ਉੱਥੇ ਕੋਈ 15 ਤੋਂ 20 ਐਮਐਲਏ ਦੇ ਕੈਂਡੀਡੇਟ ਹੈਗੇ ਨੇ, ਤੇ ਜਦੋਂ ਟਿਕਟਾਂ ਵੰਡਣ ਦੀ ਵਾਰੀ ਆਉਂਦੀ ਹੈ ਤੇ ਜਦੋਂ ਇੱਕ ਨੂੰ ਟਿਕਟ ਮਿਲ ਜਾਂਦੀ ਹੈ ਤੇ ਉਹ ਬਾਕੀ ਸਾਰੇ ਉਹਦੇ ਅਗੇਂਸਟ ਹੋ ਜਾਂਦੇ ਨੇ। ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਨਹੀਂ, ਚਲੋ ਇਹ ਰਾਜਨੀਤੀ ਆਪਣੀ ਆਪਣੀ ਸੋਚ ਹੈ। ਮੈਂ ਆਪਣੇ ਬਾਰੇ ਦੱਸ ਸਕਣਾ, ਬਾਕੀਆਂ ਦਾ ਵਿਊ ਕੀ ਹੈ ਉਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ। ਮੇਰਾ ਵਿਊ ਇਹ ਹੈ ਕਿ ਹਮੇਸ਼ਾ ਹੀ ਕਿਸੇ ਵੀ ਪਾਰਟੀ 'ਚ ਰਹੋ, ਮੈਂ ਕਹਿੰਦਾ ਕੋਈ ਵੀ ਪਾਰਟੀ ਮਾੜੀ ਨਹੀਂ ਹੈ। ਪਾਰਟੀ ਨੂੰ ਚਲਾਉਣ ਵਾਲੇ ਆਗੂ ਮਾੜੇ ਹੋ ਸਕਦੇ ਆ, ਪਾਰਟੀਆਂ ਸਾਰੀਆਂ ਠੀਕ ਹੈ, ਆਪਣੀ ਜਗ੍ਹਾ ਸਹੀ ਹੈ। ਔਰ ਕਾਂਗਰਸ ਪਾਰਟੀ ਸਾਡੀ 1 ਨੰਬਰ ਪਾਰਟੀ ਹੈ ਹਿੰਦੁਸਤਾਨ ਦੀ, ਜਿਨ੍ਹਾਂ ਨੇ ਆਜ਼ਾਦੀ ਵੇਲੇ ਵੀ ਲੜਾਈ ਲੜੀ ਔਰ 47 ਤੋਂ ਬਾਅਦ ਹੁਣ ਤੱਕ ਜੇ ਹਿੰਦੁਸਤਾਨ ਨੇ ਨਾ ਵਿਕਾਸ ਕੀਤਾ ਤੇ ਉਹ ਕਾਂਗਰਸ ਪਾਰਟੀ ਦੀ ਦੇਣ ਹੈ। ਰਹੀ ਸੁਜਾਨਪੁਰ ਲੀਡਰਾਂ ਦੀ ਗੱਲ, ਮੈਂ ਤੇ ਅਪੀਲ ਕਰਨਾ ਚਾਹੁੰਦਾ ਕਿ ਕਿਸੇ ਨੂੰ ਵੀ ਟਿਕਟ ਮਿਲਦੀ ਹੈ ਸਾਰੇ ਉਹਦਾ ਸਾਥ ਦਿਓ। ਮੈਂ ਆਪਣੇ ਸਾਡੇ ਜਿਹੜੇ 2012 'ਚ ਟਿਕਟ ਦਿੱਤੀ ਉਹਦਾ ਵੀ ਸਾਥ ਦਿੱਤਾ, ਉਹਨਾਂ ਦਾ ਪੂਰਾ ਜੀ ਤੋੜ ਕੇ ਸਾਥ ਦਿੱਤਾ। 2017 ਜਿਨ੍ਹਾਂ ਨੂੰ ਮਿਲੀ ਉਹਨਾਂ ਨੇ ਵੀ ਸਾਥ ਦਿੱਤਾ। ਉਸ ਤੋਂ ਬਾਅਦ ਐਮਪੀ ਇਲੈਕਸ਼ਨ ਜਿਹੜੇ ਸਾਡੇ 2008-9 ਦੇ ਵਿੱਚ ਹੋਏ, ਉਦੋਂ ਮੈਂ ਕੋਆਰਡੀਨੇਟਰ ਰਿਹਾ, ਡਿਸਟ੍ਰਿਕਟ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਰਿਹਾ ਔਰ ਇਮਾਨਦਾਰੀ ਨਾਲ ਕਾਂਗਰਸ ਦਾ ਕੰਮ ਕੀਤਾ। ਔਰ ਮੈਂ ਬਾਕੀ ਨੂੰ ਵੀ ਇਹੋ ਹੀ ਬੇਨਤੀ ਕਰਨਾ ਕਿ ਅਗਰ ਪਾਰਟੀ ਨੂੰ ਆਪਣੀ ਮਾਂ ਸਮਝਦੇ ਹੋ ਤੇ ਇਮਾਨਦਾਰੀ ਨਾਲ ਜਿਹਨੂੰ ਟਿਕਟ ਮਿਲਦੀ ਹੈ ਉਹਦੇ ਨਾਲ ਕੰਧੇ ਨਾਲ ਕੰਧਾ ਲਾ ਕੇ ਖੜੇ ਹੋਵੋ। ਸੁਜਾਨਪੁਰ ਹਲਕੇ ਦੇ ਨਾਲ ਇੱਕ ਇਲਾਕਾ ਜਿਹੜਾ ਐਮਐਲਏ ਇਲੈਕਸ਼ਨ ਦੇ ਏਰੀਏ ਦੇ ਵਿੱਚ ਹੀ ਆਉਂਦਾ ਹੈ, ਉਹ ਹੈ ਧਾਰ ਏਰੀਆ। ਕੱਲ੍ਹ ਨੂੰ ਜੇ 2022 'ਚ ਤੁਹਾਡੀ ਸਰਕਾਰ ਆਉਂਦੀ ਹੈ, ਉਹ ਇੰਨਾ ਪਿਛੜਾ ਇਲਾਕਾ ਹੈ ਕਿ ਉੱਥੇ ਲੋਕੀ ਬੜੇ ਗਰੀਬ ਵੀ ਨੇ ਔਰ ਦੁਖੀ ਵੀ ਨੇ, ਕੋਈ ਕਿਸੇ ਕੋ ਕੰਮ ਨਹੀਂ ਹੈ, ਕੁਝ ਨਹੀਂ ਹੈ। ਜੇ ਤੁਹਾਡੀ ਸਰਕਾਰ ਆਉਂਦੀ ਹੈ, ਉਸ ਇਲਾਕੇ ਵਾਸਤੇ ਤੁਸੀਂ ਕੀ ਕਰੋਗੇ? ਤੁਸੀਂ ਇਹ ਕੁਐਸਚਨ ਬੜਾ ਵਧੀਆ ਕੀਤਾ। ਸਾਡਾ ਧਾਰ ਬਲਾਕ ਜਿਹੜਾ ਬੜਾ ਬਿਊਟੀਫੁਲ ਏਰੀਆ ਔਰ ਧਾਰ ਬਲਾਕ ਵਾਸਤੇ ਪਿਛਲੇ 10 ਸਾਲ 15 ਸਾਲ ਦੇ ਅੰਦਰ ਐਮਐਲਏ ਜਿਹੜੇ ਬੀਜੇਪੀ ਦੇ ਨੇੜੇ ਰਹੇ ਨੇ। ਇਹ ਕੁਐਸਚਨ ਤਾਂ ਖੈਰ ਤੁਸੀਂ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਮੈਂ ਤਾਂ ਆਮ ਵਰਕਰ ਹਾਂ ਇੱਕ ਕਾਂਗਰਸ ਪਾਰਟੀ ਦਾ। ਉਹਨਾਂ ਨੇ ਹਲਕਾ ਧਾਰ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ। ਜਿਹੜੀ ਕਿ ਸਭ ਤੋਂ ਵੱਡੀ ਸਮੱਸਿਆ ਧਾਰ ਬਲਾਕ ਦੀ ਜਿਹੜੀ ਉਹ ਪਾਣੀ ਦੀ ਹੈ, ਕਿਸੇ ਨੇ ਅੱਜ ਤੱਕ ਉਹ ਸਮੱਸਿਆ ਨਹੀਂ ਹੱਲ ਕੀਤੀ। ਅਸੀਂ ਆਪਣੇ ਸਰਕਾਰ ਦੇ ਐਫਰਟਸ ਦੇ ਨਾਲ ਕੁਝ ਹਲਕਿਆਂ ਦਾ ਜਿਹੜਾ ਪਾਣੀ ਦੀ ਸਮੱਸਿਆ ਉਹ ਹੱਲ ਕੀਤੀ ਹੈ। ਸਾਡੀ 2022 ਦੇ ਵਿੱਚ ਮੁੜ ਕੇ ਸਾਡੀ ਸਰਕਾਰ ਰਿਪੀਟ ਹੁੰਦੀ ਹੈ ਤੇ ਪਹਿਲਾ ਮੁੱਦਾ ਸਾਡਾ ਹੋਏਗਾ
कोई MP कोई MLA बने, साडा पहला मुद्दा होएगा कि धार ब्लाक दे अंदर असीं पानी दी समस्या और रोड दी समस्या जिहड़ी आ पहल दे आधार ते काम करांगे, हल करावांगे। कुछ असीं कराए भी है, कुछ अगे भी साडे उत्थे जिला परिषद दे वाइस चेयरमैन जिहड़े धार ब्लाक तो वो बड़ी जी तोड़ के अपनी मेहनत कर रहे हैं, काम कर रहे हैं। साडे सरपंच पंच संमति मैंबर सारे, जबकि ये जिम्मेवारी MLA हलका सुजानपुर दी ही, ये जिम्मेवारी सन्नी दिओल दी ही ਜਿਹੜੇ इत्थों जित के गए। मैं हैरान हाँ कि सन्नी दिओल बड़ी बड़ी स्टेजां दे उत्ते कहंदा ਸੀ कि मैं पंजाब दा पुत्तर हाँ, मैं गुरदासपुर दा पुत्तर हाँ, पर मैनू इस चीज़ का बहुत दुख है कि उन्हें लोगों नू पागल बना के साडे यूथ नू मगर ला के वोटां लईआं, वोटां लैके जाके बंबे बह गया। उन्हें साडे सुजानपुर हलके दे विच एक पिंड है, कानपुर पिंड है, वो उन्होंने अपनी गोद लिया ही। हर MP कोई ना कोई पिंड गोद लैंदा है। तुसीं जाके विजिट कर सकते हो कि उस पिंड का की हालात है। बाकी डिस्ट्रिक्ट गुरदासपुर पठानकोट के हालात की ना, वो छड्डो। लोगों ने इत्थों तक सोचा कि अगर सन्नी दिओल इत्थे आएगा तो असीं उहदा डट के विरोध करांगे। सन्नी दिओल नूं चाहीदा ही कि अज अपनी कुर्सी नूं लत्त मारदा। अज किसानां दे की हालात ने सेंटर सरकार ने कीते ते तूं अज मोदी सरकार दे नाल खड़ा, बड़ी शर्म की गल है। सो ये विधायक जां साडे जिहड़े MP है सन्नी दिओल जी, ये उन्हां नूं चाहीदा ही कि इन्हां लोकां ने मैनूं वोटां पाईआं, सुजानपुर हलके दे धार ब्लाक दे वोटां ने लोकां ने वोटां पाईआं ते मैं जी तोड़ इन्हां दा साथ दियां, पर वो नहीं होया। ये थे साहब सिंह साबा जी, जिनके साथ हमने एक छोटी सी मुलाकात की और उनके विचार जाने आने वाले 2022 के इलेक्शनों के बारे में। फास्ट वे पठानकोट की हर खबर को सोशल मीडिया पर देखने के लिए आप फास्ट वे न्यूज़ पठानकोट यूट्यूब चैनल, फेसबुक पेज को लाइक कीजिए, ट्विटर और इंस्टाग्राम पेज को फॉलो कीजिए और फास्ट वे न्यूज़ पठानकोट यूट्यूब चैनल को सब्सक्राइब करना ना भूलिए।